ਹੈਲੋ ਫਰੈਂਡਸ, ਗਿਲਜ਼ ਮੈਂਟੋਰ ਈ ਲਰਨਿੰਗ ਪਲੇਟਫਾਰਮ 'ਤੇ ਤੁਹਾਡਾ ਸਵਾਗਤ ਹੈ। ਅੱਜ 6 ਜੁਲਾਈ ਹੈ ਅਤੇ ਆਪਾਂ ਰੈਡੀ ਹਾਂ ਆਪਣੇ ਕਰੰਟ ਅਫੇਅਰ ਸੈਸ਼ਨ ਦੇ ਨਾਲ। ਕਰੰਟ ਅਫੇਅਰ ਸੈਸ਼ਨ ਜੋ ਕਿ ਇੰਪੋਰਟੈਂਟ ਰਹੇਗਾ ਡਿਫਰੈਂਟ ਐਗਜ਼ਾਮਸ, ਪੰਜਾਬ ਪਟਵਾਰੀ, PPSC, PCS, SSC, CGL, CHSL ਔਰ ਬੈਂਕਿੰਗ ਐਗਜ਼ਾਮਸ ਹੈ। ਸਟਾਰਟ ਕਰਾਂਗੇ ਸੈਸ਼ਨ। ਸਭ ਤੋਂ ਪਹਿਲੇ ਸੈਸ਼ਨ ਨੂੰ ਸ਼ੇਅਰ ਕਰਨਾ ਸਟਾਰਟ ਕਰ ਦਿਓ, ਜਿੱਥੇ ਵੀ ਸ਼ੇਅਰ ਕਰ ਸਕਦੇ ਹੋ। ਜਿੱਥੇ ਵੀ ਤੁਸੀਂ ਆਪਣੇ ਫਰੈਂਡਸ ਦੇ ਨਾਲ ਜੁੜੇ ਹੋਏ ਹੋ, ਕਾਈਂਡਲੀ ਸੈਸ਼ਨ ਨੂੰ ਸ਼ੇਅਰ ਕਰਨਾ ਸਟਾਰਟ ਕਰੋ। ਡਿਫਰੈਂਟ ਬੈਚਿਸ ਲਾਂਚ ਕੀਤੇ ਗਏ ਨੇ, ਕੋਰਸਿਸ ਲਾਂਚ ਕੀਤੇ ਗਏ ਨੇ। ਚਾਹੋ ਤਾਂ ਐਨਰੋਲ ਕਰਵਾ ਸਕਦੇ ਹੋ। ਐਨਰੋਲ ਕਰਵਾਉਣ ਦੇ ਲਈ ਸਿੰਪਲੀ ਵੈਬਸਾਈਟ ਨੂੰ ਵਿਜ਼ਿਟ ਕਰ ਸਕਦੇ ਹੋ ਜਾਂ ਫਿਰ ਐਪਲੀਕੇਸ਼ਨ ਡਾਊਨਲੋਡ ਕਰ ਸਕਦੇ ਹੋ। ਚੈਨਲ ਨੂੰ ਫਸਟ ਟਾਈਮ ਵਿਜ਼ਿਟ ਕਰ ਰਹੇ ਹੋ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਸਟਾਰਟ ਕਰਾਂਗੇ ਸੈਸ਼ਨ। ਸਭ ਤੋਂ ਪਹਿਲੇ ਉਹਨਾਂ ਨਿਊਜ਼ ਨੂੰ ਡਿਸਕਸ ਕਰਾਂਗੇ ਜਿਨ੍ਹਾਂ ਨੂੰ ਕੱਲ੍ਹ ਦੇ ਸੈਸ਼ਨ ਦੇ ਵਿੱਚ ਡਿਸਕਸ ਕੀਤਾ ਸੀ, ਉਹਨਾਂ ਦੀ ਰਿਵੀਜ਼ਨ ਕਰਾਂਗੇ। ਉਸ ਤੋਂ ਬਾਅਦ ਚੱਲਾਂਗੇ ਅੱਜ ਦੀ ਮੋਸਟ ਇੰਪੋਰਟੈਂਟ ਨਿਊਜ਼ ਨੂੰ MCQ ਫਾਰਮ ਦੇ ਵਿੱਚ ਹੀ ਡਿਸਕਸ ਕਰਾਂਗੇ। 4th of ਜੁਲਾਈ ਇੰਡੀਪੈਂਡੈਂਸ ਡੇ ਓਬਜ਼ਰਵ ਕੀਤਾ ਗਿਆ USA ਦਾ 4th of ਜੁਲਾਈ ਨੂੰ ਇੰਡੀਪੈਂਡੈਂਸ ਡੇ ਓਬਜ਼ਰਵ ਕੀਤਾ ਗਿਆ। 1776 ਦੇ ਵਿੱਚ ਇੰਡੀਪੈਂਡੈਂਸ ਡਿਕਲੇਅਰ ਕੀਤੀ ਗਈ ਸੀ। ਇਸ ਤੋਂ ਇਲਾਵਾ ਇੰਟਰਨੈਸ਼ਨਲ ਡੇ ਆਫ ਕੋਆਪਰੇਟਿਵਸ ਓਬਜ਼ਰਵ ਕੀਤਾ ਜਾਂਦਾ ਹੈ 1st ਸੈਟਰਡੇ ਆਫ ਜੁਲਾਈ ਦੇ ਪਹਿਲੇ ਸੈਟਰਡੇ ਨੂੰ ਓਬਜ਼ਰਵ ਕੀਤਾ ਜਾਂਦਾ ਹੈ। ਇਸ ਸਾਲ 3rd ਜੁਲਾਈ ਨੂੰ ਓਬਜ਼ਰਵ ਕੀਤਾ ਗਿਆ। ਠੀਕ ਹੈ ਜੀ। ਥੀਮ ਰਹੀ ਹੈ ਕੋਆਪਰੇਟਿਵਸ ਫॉर ਅ ਬਿਲਡਿੰਗ ਅ ਪੀਪਲ ਸੈਂਟਰਡ ਐਂਡ ਐਨਵਾਇਰਮੈਂਟਲੀ ਜਸਟ ਰਿਕਵਰੀ। ਰੈਸਲਰ ਸੁਮਿਤ ਮਲਿਕ ਰੈਸਲਰ ਨੇ, ਹਰਿਆਣਾ ਤੋਂ ਬਿਲੋਂਗ ਕਰਦੇ ਨੇ। 2 ਸਾਲ ਦੇ ਲਈ ਬੈਨ ਕੀਤੇ ਗਏ ਨੇ ਯੂਨਾਈਟਿਡ ਵਰਲਡ ਰੈਸਲਿੰਗ ਦੁਆਰਾ 2 ਸਾਲ ਦੇ ਲਈ ਬੈਨ ਕੀਤੇ ਗਏ। ਜੈਰਾਮ ਰਮੇਸ਼ ਦੁਆਰਾ ਬੁੱਕ ਲਿਖੀ ਗਈ ਹੈ ਦ ਲਾਈਟ ਆਫ ਏਸ਼ੀਆ। DRDO ਨੇ L&T ਦੇ ਨਾਲ ਪਾਰਟਨਰਸ਼ਿਪ ਕਰਕੇ 10 ਮੀਟਰ ਸ਼ਾਰਟ ਸਪੈਨ ਬ੍ਰਿਜਿੰਗ ਸਿਸਟਮ ਬਣਾਇਆ। ਠੀਕ ਹੈ। ਇਸ ਦਾ ਪਹਿਲਾ ਬੈਚ 12 ਦਾ ਪਹਿਲਾ ਬੈਚ ਇਸ ਦਾ ਇੰਡੀਅਨ ਆਰਮੀ ਦੁਆਰਾ ਇੰਡਕਟ ਕਰ ਲਿਆ ਗਿਆ। ਲੌਰਸ ਲੈਬਸ, ਹੈਦਰਾਬਾਦ ਦੀ ਲੌਰਸ ਲੈਬਸ ਨੂੰ ਲਾਇਸੈਂਸ ਮਿਲਿਆ DRDO ਦਾ ਟੂ ਮੈਨੂਫੈਕਚਰ 2-ਡੀਆਕਸੀ ਡੀ ਗਲੂਕੋਜ਼ ਬਣਾਉਣ ਦੇ ਲਈ DRDO ਤੋਂ ਲਾਇਸੈਂਸ ਹਾਸਲ ਕੀਤਾ ਲੌਰਸ ਲੈਬਸ ਨੇ। ਲੌਰਸ ਲੈਬਸ ਦਾ ਹੈੱਡਕੁਆਟਰ ਕਿੱਥੇ ਹੈ? ਹੈਦਰਾਬਾਦ ਦੇ ਵਿੱਚ। ਹੈਦਰਾਬਾਦ ਬੇਸਡ R&D ਫਰਮ ਗ੍ਰੀਨ ਰੋਬੋਟਿਕਸ ਨਾਮ ਦੀ R&D ਫਰਮ ਹੈ हैदराबाद ਦੀ। ਇਸਨੇ ਕੀ ਕਰਿਆ? ਡਿਜ਼ਾਈਨ ਔਰ ਡਿਵੈਲਪ ਕਰਿਆ ਇੰਡੀਆ ਦਾ ਪਹਿਲਾ ਡਰੋਨ ਡਿਫੈਂਸ ਡੋਮ ਇੰਦਰਜਾਲ ਨਾਮ ਦਾ ਡਰੋਨ ਡਿਫੈਂਸ ਡੋਮ ਨੂੰ ਡਿਵੈਲਪ ਕਰਿਆ, ਜੋ ਕਿ 1000 ਤੋਂ 2000 ਕਿਲੋਮੀਟਰ ਤੱਕ ਦੇ ਏਰੀਆ ਨੂੰ ਕੀ ਕਰ ਸਕਦਾ ਹੈ? ਪ੍ਰੋਟੈਕਟ ਕਰ ਸਕਦਾ ਹੈ। RBI ਨੇ 25 ਲੱਖ ਰੁਪਏ ਦੀ ਪੈਨਲਟੀ ਲਗਾਈ ਹੈ ਪੰਜਾਬ ਐਂਡ ਸਿੰਧ ਬੈਂਕ ਦੇ ਉੱਤੇ। 25 ਲੱਖ ਦੀ ਪੈਨਲਟੀ ਲਗਾਈ ਗਈ ਹੈ RBI ਦੁਆਰਾ ਸਾਈਬਰ ਸਿਕਿਉਰਿਟੀ ਫਰੇਮਵਰਕਸ ਇਨ ਬੈਂਕ ਦੀ, ਜੋ ਕਹਿ ਸਕਦੇ ਕੰਪਲਾਇੰਸ ਨਾ ਕਰਨ ਦੇ ਉੱਤੇ। ਵਿਰਾਟ ਕੋਹਲੀ ਹਾਈਐਸਟ ਰੈਂਕਿੰਗ ਇੰਡੀਅਨ ਬਣੇ ਨੇ ਹੌਪਰ ਇੰਸਟਾਗ੍ਰਾਮ ਰਿਚ ਲਿਸਟ ਦੇ ਵਿੱਚ ਹਾਈਐਸਟ ਰੈਂਕਿੰਗ ਇੰਡੀਅਨ ਕੌਣ ਬਣੇ ਨੇ? ਵਿਰਾਟ ਕੋਹਲੀ। ਮਾਨਾ ਪਟੇਲ ਗੁਜਰਾਤ ਦੇ ਫਰਸਟ ਇੰਡੀਅਨ ਫੀਮੇਲ ਸਵਿਮਰ ਬਣ ਚੁੱਕੇ ਨੇ। ਜਿਨ੍ਹਾਂ ਨੇ ਟੋਕੀਓ ਓਲੰਪਿਕਸ ਦੇ ਲਈ ਕੁਆਲੀਫਾਈ ਕਰੇ। ਤਾਮਿਲਨਾਡੂ ਦੇ ਹਾਈ ਜੰਪਰ ਮਰਿਯੱਪਨ ਥੰਗਾਵਾਲੂ ਫਲੈਗ ਬੀਅਰਰ ਹੋਣਗੇ ਟੋਕੀਓ ਪੈਰਾ ਓਲੰਪਿਕ ਗੇਮਸ ਦੇ। ਇੰਡੀਅਨ ਨੇਵੀ ਐਥਲੀਟ MP ਜਬੀਰ ਕੇਰਲਾ ਤੋਂ ਬਿਲੋਂਗ ਕਰਦੇ ਨੇ। ਇਹਨਾਂ ਨੇ ਟੋਕੀਓ ਓਲੰਪਿਕ ਦੇ ਲਈ ਕੁਆਲੀਫਾਈ ਕਰ ਲਿਆ। ਇਹ ਪਹਿਲੇ ਇੰਡੀਅਨ ਮੇਲ ਹੋਣਗੇ ਜੋ ਪਾਰਟੀਸੀਪੇਟ ਕਰਨਗੇ 400 ਮੀਟਰ ਹਰਡਲਸ ਦੇ ਵਿੱਚ। ਧਵਲ ਕੁਲਕਰਨੀ ਦੁਆਰਾ ਬੁੱਕ ਲਿਖੀ ਗਈ ਹੈ ਨੱਥੂ ਰਾਮ ਗੋਡਸੇ ਦੀ ਬਾਇਓਗ੍ਰਾਫੀ। ਦ ਟਰੂ ਸਟੋਰੀ ਆਫ ਗਾਂਧੀਜ਼ ਅਸੈਸੀਨੇਸ਼ਨ ਇਸ ਦੀ ਬੁੱਕ ਕਿਹਨਾਂ ਨੇ ਲਿਖੀ ਹੈ? ਕੌਣ ਲਿਖ ਰਹੇ ਨੇ? ਧਵਲ ਕੁਲਕਰਨੀ। 2022 ਦੇ ਵਿੱਚ ਰਿਲੀਜ਼ ਕੀਤੀ ਜਾਏ। ਐਨ ਵਿਨੂਧਰ ਨੂੰ ਡਾਇਰੈਕਟਰ ਜਨਰਲ ਬਣਾਇਆ ਗਿਆ ਆਲ ਇੰਡੀਆ ਰੇਡੀਓ ਦੇ ਡਾਇਰੈਕਟਰ ਜਨਰਲ ਕੌਣ ਬਣਾਏ ਗਏ ਨੇ? ਐਨ ਵਿਨੂਧਰ। ਇੰਡੀਅਨ ਅਮਰੀਕਨ ਸ਼ੈਲਨਾ ਡੀ ਕੁਮਾਰ ਇੰਡੀਅਨ ਅਮਰੀਕਨ ਫੈਡਰਲ ਜੱਜ ਨੇ ਅਪੁਆਇੰਟ ਕੀਤੇ ਗਏ ਨੇ ਮਿਚੀਗਨ USA ਦੇ ਵਿੱਚ। ਫੈਡਰਲ ਜੱਜ ਮਿਚੀਗਨ USA ਦੇ ਵਿੱਚ ਅਪੁਆਇੰਟ ਕੀਤੇ ਗਏ। ਇਹ ਪਹਿਲੇ ਐਸੇ ਸਾਊਥ ਏਸ਼ੀਅਨ ਡੀਸੈਂਟ ਦੇ ਜੱਜ ਬਣੇ ਨੇ। ਫੈਡਰਲ ਜੱਜ ਬਣੇ ਨੇ ਮਿਚੀਗਨ ਦੇ ਵਿੱਚ।
डिजिटल इंडिया मिशन ने 6 साल पूरे किए ने, 6 साल ऑन 1 जुलाई एज इट वाज लॉन्च्ड बाय प्राइम मिनिस्टर नरेंद्र मोदी ऑन 1 जुलाई 2015। नितिन गडकरी MSME मिनिस्टर ने इन्होंने अनाउंस किया कि रिटेल और होलसेल ट्रेड है जिहड़ा इसनूं MSME के अंडर इंक्लूड किया जाए। किरण रिजिजू स्पोर्ट्स मिनिस्टर ने इन्होंने डिसाइड किया टू ग्रांट रिकोगनाइजेशन टू वाको इंडियन किक बॉक्सिंग फेडरेशन। इंडिया दे विच जो किक बॉक्सिंग फेडरेशन है इसनूं दर्जा प्राप्त होया नैशनल स्पोर्ट्स फेडरेशन का। ये सिंपली कहांगे हिंदी दे विच या पंजाबी दे विच कि नैशनल लैवल के उत्ते इसनूं मान्यता दी गई। ठीक है, फॉर प्रमोशन ऑफ किक बॉक्सिंग इन इंडिया। वाको की गल करते हैं, हैडकुआटर इटली दे विच। प्रहलाद सिंह पटेल कल्चर मिनिस्टर ने इन्होंने 6th ब्रिक्स कल्चर मिनिस्टर्स मीटिंग नूं ऑर्गेनाइज किया थ्रू वीडियो कॉन्फ्रेंस। यूएसए ने टर्की और पाकिस्तान नूं उन्हां कंट्रीज़ की लिस्ट दे विच ऐड कर दिता है जिथे चाइल्ड सोल्जर्स का यूज़ किया जाता है। ठीक है, अंडर चाइल्ड सोल्जर्स प्रिवेंशन एक्ट, इन्हां दे इस एक्ट के तहत इन्हां दे उत्ते रिस्ट्रिक्शनस वगैरह लगाई जाणगियां। ठीक है, अपने लिए इंपॉर्टेंट बनेगा कि 2010 दे विच जदों ये लागू की गई सी लिस्ट, उदों 6 कंट्रीज़ इसदियां मैंबर बनाई गई सी। हुण इस दे विच 15 कंट्रियां जोड़ दी गई ने पाकिस्तान और टर्की नूं मिला के। पाकिस्तान द्वारा ही चाइना का बनाया हुआ VT4 बैटल टैंक, चाइना के बनाए हुए VT4 जो बैटल टैंक ने इन्हों इंडक्ट किया गया अपनी आर्मी दे विच। ठीक है जी, ये तीसरी ऐसी कंट्री बन चुकी है थाईलैंड और नाइजीरिया द्वारा जिसने यह टैंक चाइना तो खरीदे। इजराइल डिफेंस इलैक्ट्रॉनिक्स कंपनी रफाल द्वारा, इजराइल की डिफेंस इलैक्ट्रॉनिक्स कंपनी रफाल एडवांस्ड डिफेंस सिस्टम द्वारा सी ब्रेकर मिसाइल सिस्टम अनाउंस किया। सी ब्रेकर मिसाइल सिस्टम की शुरुआत की गई है जिसकी स्ट्राइक रेंज 300 किलोमीटर है। इंडिया ने ज्वाइन किया OECD G20 इंक्लूसिव फ्रेमवर्क टैक्स डील। इंडिया ने OECD G20 की इनकलूसिव फ्रेमवर्क टैक्स डील को ज्वाइन किया। पाकिस्तान द्वारा लोमैड या कह सकते हैं LY-80 मिसाइल सिस्टम, लोमैड या LY-80 मिसाइल सिस्टम है जो चाइना तो लिया सी, अनाउंस किया कि ये प्रॉपर तरीके नाल काम नहीं कर रहे। ब्रिटेन बेस्ड वन वेब कंपनी, ब्रिटेन की जो वन वेब कंपनी है इसने 36 सैटेलाइट्स नूं ऑर्बिट दे विच भेजिया है विद सोयूज रॉकेट ऑफ रशिया के सोयूज रॉकेट की हैल्प देन। उत्तराखंड हैज़ कैंसल्ड एनुअल कन्वर यात्रा ड्यू टू कोविड-19 के कारण जो सालाना कन्वर यात्रा है, सिंपली पूछा जाता है कि जो कन्वर यात्रा है कित्थे परफॉर्म की जाती है, तो उत्तराखंड के चीफ मिनिस्टर तीरथ सिंह रावत द्वारा सबमिशन दिता गया, रिजाइन कर दिता गया। इस शॉर्टेस्ट सर्विंग चीफ मिनिस्टर बने ने उत्तराखंड के 115 दिन के टैन्यूअर दिन। ठीक है, इन्हों तो बाद पुष्कर सिंह धामी नवे चीफ मिनिस्टर बना दिते गए ने उत्तराखंड। ठीक है, एतवार को इन्होंने शपथ ले ली है। तो नवे चीफ मिनिस्टर कौन ने? पुष्कर सिंह धामी। रिसर्चर्स ऑफ वाइल्ड लाइफ इंस्टीट्यूट ऑफ इंडिया देहरादून के रिसर्चर्स द्वारा ब्लैक बैलिड कोरल स्नेक डिस्कवर किए गए ने उत्तराखंड दे विच। ठीक है जी, सारा का सारा कंटेंट पंजाबी दे विच भी अवेलेबल है, चाहो तो पंजाबी दे विच भी स्टडी कर सकते हो। आपां चलांगे नैक्सट पोर्शन दे वल। नैक्सट पोर्शन दे विच वाइल्ड लाइफ सेंचुरीज डिस्कस करांगे। तो पौंडीचेरी दे विच उसूडू बर्ड सेंचुरी लोकेटेड है। राजस्थान दे विच भारत बर्ड सेंचुरी लोकेटेड है। हरियाणा दे विच सुल्तानपुर बर्ड सेंचुरी, सुल्तानपुर नैशनल पार्क भी है और सुल्तानपुर बर्ड सेंचुरी भी हरियाणा दे विच। गोवा दे विच सलीम अली बर्ड सेंचुरी गोवा दे विच है, पर सलीम अली नैशनल पार्क है यह जम्मू कश्मीर दे विच लोकेटेड। उड़ीसा चिल्का लेक बर्ड सेंचुरी, सुनाबेदा टाइगर रिजर्व और चंदका एलीफेंट रिजर्व है जो यह कित्थे लोकेटेड है, यह उड़ीसा दे विच लोकेटेड है। ठीक है जी।
ਨੈਕਸਟ ਚੱਲਦੇ ਹਾਂ ਅੱਜ ਦੀ ਫਸਟ ਨਿਊਜ਼, ਫਸਟ ਇੰਪੋਰਟੈਂਟ ਕੁਐਸਚਨ ਦੇ ਵੱਲ। ਵਿਚ ਡੇ ਇਜ਼ ਓਬਜ਼ਰਵਡ ਐਜ਼ ਬਰਥ ਐਨੀਵਰਸਰੀ ਆਫ ਫਾਰਮਰ ਪ੍ਰਾਈਮ ਮਿਨਿਸਟਰ ਆਫ ਇੰਡੀਆ ਗੁਲਜ਼ਾਰੀ ਲਾਲ ਨੰਦਾ। ਗੁਲਜ਼ਾਰੀ ਲਾਲ ਨੰਦਾ ਸਭ ਤੋਂ ਪਹਿਲੇ ਪਤਾ ਹੋਣਾ ਚਾਹੀਦਾ ਕੌਣ ਨੇ। ਇਹ ਪ੍ਰਾਈਮ ਮਿਨਿਸਟਰ ਰਹਿ ਚੁੱਕੇ ਨੇ ਇੰਡੀਆ ਦੇ, ਫਾਰਮਰ ਪ੍ਰਾਈਮ ਮਿਨਿਸਟਰ ਨੇ। ਇਹ ਜੋ ਫਾਰਮਰ ਪ੍ਰਾਈਮ ਮਿਨਿਸਟਰ ਨੇ ਕਿੰਨਵੇਂ ਨੰਬਰ ਦੇ ਪ੍ਰਾਈਮ ਮਿਨਿਸਟਰ ਸੀਗੇ, ਤਾਂ ਤੀਸਰੇ ਨੰਬਰ ਦੇ ਪ੍ਰਾਈਮ ਮਿਨਿਸਟਰ ਨੇ, ਕਿਉਂਕਿ ਪਹਿਲੇ ਪ੍ਰਾਈਮ ਮਿਨਿਸਟਰ ਸੀਗੇ ਜਵਾਹਰ ਲਾਲ ਨਹਿਰੂ, ਦੂਸਰੇ ਨੰਬਰ 'ਤੇ ਬਣਾਏ ਗਏ ਸੀ ਲਾਲ ਬਹਾਦੁਰ ਸ਼ਾਸਤਰੀ, ਲਾਲ ਬਹਾਦੁਰ ਸ਼ਾਸਤਰੀ, ਔਰ ਤੀਸਰੇ ਨੰਬਰ 'ਤੇ ਗੁਲਜ਼ਾਰੀ ਲਾਲ ਨੰਦਾ ਸਿਰਫ 2 ਸਾਲ ਦੇ ਲਈ ਪ੍ਰਾਈਮ ਮਿਨਿਸਟਰ ਰਹੇ ਸੀ। ਇਹਨਾਂ ਦੀ ਬਰਥ ਐਨੀਵਰਸਰੀ ਕਿਸ ਦਿਨ ਰਹੀ ਹੈ? 4 ਜੁਲਾਈ। 4 ਜੁਲਾਈ ਨੂੰ ਇਹਨਾਂ ਦੀ ਬਰਥ ਐਨੀਵਰਸਰੀ ਓਬਜ਼ਰਵ ਕੀਤੀ ਗਈ। ਠੀਕ ਹੈ ਜੀ। ਇਸ ਤੋਂ ਇਲਾਵਾ ਇਹਨਾਂ ਨੂੰ ਭਾਰਤ ਰਤਨ ਮਿਲ ਚੁੱਕਿਆ 1997 ਦੇ ਵਿੱਚ, ਇਸ ਕਰਕੇ ਵੀ ਨਾਮ ਇੰਪੋਰਟੈਂਟ ਰਹੇਗਾ। ਗੁਲਜ਼ਾਰੀ ਲਾਲ ਨੰਦਾ। 4th of July ਡੈਥ ਐਨੀਵਰਸਰੀ ਰਹੀ ਹੈ ਸਵਾਮੀ ਵਿਵੇਕਾਨੰਦ ਦੀ। ਸਵਾਮੀ ਵਿਵੇਕਾਨੰਦ ਦੀ ਵੀ ਡੈਥ ਐਨੀਵਰਸਰੀ ਕਦੋਂ ਰਹੀ ਹੈ? 4th of ਜੁਲਾਈ ਨੂੰ। ਇਹਨਾਂ ਦਾ ਨਾਮ ਕਾफ़ੀ ਜ਼ਿਆਦਾ ਫੇਮਸ ਹੈ, ਵੈਸੇ ਹੋਰ ਵੀ ਡਿਫਰੈਂਟ ਕੰਮ ਕੀਤੇ ਸੀ ਇਹਨਾਂ ਨੇ, ਲੇਕਿਨ ਸਭ ਤੋਂ ਜ਼ਿਆਦਾ ਇਹਨਾਂ ਦਾ ਨਾਮ ਜੋ ਫੇਮਸ ਹੋਇਆ ਸੀ ਸ਼ਿਕਾਗੋ ਦੇ ਵਿੱਚ 1893 ਦੇ ਵਿੱਚ ਵਰਲਡ ਪਾਰਲੀਮੈਂਟ ਆਫ ਰਿਲੀਜਨ ਚੱਲ ਰਹੀ ਸੀ। ਉਸ ਦੇ ਵਿੱਚ ਇਹਨਾਂ ਦੀ ਸਪੀਚ ਸੀ, ਜੋ ਇਹਨਾਂ ਦੀ ਸਪੀਚ ਕਰਕੇ ਇਹਨਾਂ ਦਾ ਨਾਮ ਸਭ ਤੋਂ ਜ਼ਿਆਦਾ ਵਰਲਡ ਲੈਵਲ ਦੇ ਉੱਤੇ, ਇੰਡੀਆ ਲੈਵਲ ਦੇ ਉੱਤੇ ਉਸ ਟਾਈਮ ਵੀ ਫੇਮਸ ਸੀ ਇਹ, ਲੇਕਿਨ ਵਰਲਡ ਲੈਵਲ ਦੇ ਉੱਤੇ ਜੋ ਇਹਨਾਂ ਦਾ ਨਾਮ ਰਿਕੋਗਨਾਈਜ਼ ਕੀਤਾ ਗਿਆ ਸੀ ਇਸ ਮੀਟਿੰਗ ਕਰਕੇ ਕੀਤਾ ਗਿਆ ਸੀ। ਵਾਈਸ ਪ੍ਰੈਜ਼ੀਡੈਂਟ ਐਮ ਵੈਂਕਈਆ ਨਾਇਡੂ ਦੁਆਰਾ ਟ੍ਰਿਬਿਊਟ ਦਿੱਤੀ ਗਈ ਹੈ ਆਈਕੋਨਿਕ ਫਰੀडम ਫਾਈਟਰ ਪਿੰਗਾਲੀ ਵੈਂਕਈਆ ਨੂੰ। ਪਿੰਗਾਲੀ ਵੈਂਕਈਆ ਦੀ ਡੈਥ ਐਨੀਵਰਸਰੀ ਰਹੀ ਸੀ 4 ਜੁਲਾਈ ਨੂੰ। ਇਹਨਾਂ ਨੂੰ ਟ੍ਰਿਬਿਊਟ ਪੇਸ਼ ਕੀਤਾ ਗਿਆ। ਇਹਨਾਂ ਦਾ ਨਾਮ ਪਿੰਗਾਲੀ ਵੈਂਕਈਆ ਦਾ ਨਾਮ ਫਰੀडम ਫਾਈਟਰ ਨੇ। ਇਹ ਫੇਮਸ ਸੀਗੇ ਕਿਉਂਕਿ ਇਹਨਾਂ ਨੇ ਡਿਜ਼ਾਈਨ ਕੀਤਾ ਸੀ ਨੈਸ਼ਨਲ ਫਲੈਗ ਨੂੰ, ਜੋ ਇੰਡੀਆ ਦਾ ਨੈਸ਼ਨਲ ਫਲੈਗ ਹੈ। ਇਹਨਾਂ ਨੂੰ ਡਿਜ਼ਾਈਨ ਕੀਤਾ ਗਿਆ ਸੀ ਸੈਫਰਨ, ਵਾਈਟ, ਗ੍ਰੀਨ, ਜਿਹੜੇ 3 ਕਲਰਸ ਨੇ ਇਹ। ਜਾਂ ਫਿਰ ਅਗਰ ਗੱਲ ਕਰਦੇ ਹਾਂ ਪਹਿਲੇ ਜੋ ਚਰਖਾ ਹੁੰਦਾ ਸੀ, ਚਰਖੇ ਦੀ ਜਗ੍ਹਾ 'ਤੇ ਅਸ਼ੋਕ ਚੱਕਰ ਆਇਆ ਸੀ। ਇਸ ਲਈ ਡਿਜ਼ਾਈਨਿੰਗ ਸੀਗੀ, ਜਿਹੜੀ ਡਿਜ਼ਾਈਨਿੰਗ ਕੀਤੀ ਗਈ ਸੀ ਪਿੰਗਾਲੀ ਵੈਂਕਈਆ ਦਾ ਨਾਮ ਇੰਪੋਰਟੈਂਟ ਬਣ। ਠੀਕ ਹੈ, ਕੁਐਸਚਨ ਪੁੱਛ ਲਿਆ ਜਾਂਦਾ। ਵੈਸੇ ਕਾफ़ੀ ਕਹਿ ਸਕਦੇ ਕਿ ਪੁਰਾਣਾ ਕੁਐਸਚਨ ਹੋ ਚੁੱਕਾ, ਲੇਕਿਨ ਅੱਜ ਵੀ ਪੁੱਛ ਲਿਆ ਜਾਂਦਾ ਕੁਛ ਐਗਜ਼ਾਮਸ ਦੇ ਵਿੱਚ ਕਿ ਹੂ ਹੈਜ਼ ਡਿਜ਼ਾਈਨ ਦਾ ਨੈਸ਼ਨਲ ਫਲੈਗ ਆਫ ਇੰਡੀਆ, ਤਾਂ ਯਾਦ ਰੱਖਾਂਗੇ ਪਿੰਗਾਲੀ ਵੈਂਕਈਆ। नेक्स्ट है सुप्रीम कोर्ट हैज़ गिवन अ डेडलाइन टू ऑल स्टेट्स एंड यूनियन टेरेटरीज। सुप्रीम कोर्ट ने सारी स्टेट्स और यूटीज़ ਨੂੰ ਕੀ ਕਰ ਦਿੱਤਾ, ਇੱਕ ਡੈਡਲਾइन ਦੇ ਦਿੱਤੀ ਹੈ ਕਿ ਜੋ 1 नेशन 1 राशन कार्ड स्कीम है ਇਸ ਨੂੰ ਇੰਪਲੀਮੈਂਟ ਕੀਤਾ ਜਾਵੇ ਤੁਹਾਡੀ ਸਟੇਟ ਦੇ ਵਿੱਚ। ਠੀਕ ਹੈ, ਇਸ ਨੂੰ ਇੰਪਲੀਮੈਂਟ ਕਰਨ ਦੀ ਜੋ ਲਾਸਟ ਡੇਟ ਹੈ ਇਹ ਕਰ ਦਿੱਤੀ ਗਈ ਹੈ 31 ਜੁਲਾਈ। 31 ਜੁਲਾਈ ਦੀ ਡੈਡਲਾइन ਸਾਰੀ ਸਟੇਟਸ ਨੂੰ ਦੇ ਦਿੱਤੀ ਗਈ। ਕਿਸ ਦੁਆਰਾ? ਸੁਪਰੀਮ ਕੋਰਟ। ठीक है जी, सिंपली वन लाइनर ਦੇ ਵਿੱਚ इंपॉर्टेंट ने। नेक्स्ट है विच ऑफ द, अच्छा कमेंट बॉक्स में भी दसना 1 नेशन 1 राशन कार्ड स्कीम है जो ये लागू कदों की गई सी, लॉन्च कदों की गई सी, कमेंट बॉक्स से भी दसना है। विच ऑफ द फॉलोइंग INS किस इंडियन नेवल शिप ने सर्वे किया है सिंगापुर दी शिप MV एक्सप्रैस पर्ल दा, जो कि कोलंबो ਦੇ ਵਿੱਚ ਜਿਸ ਨੂੰ ਅੱਗ ਲੱਗੀ ਸੀ। ਠੀਕ ਹੈ, याद होएगा ਆਪਾਂ डिस्कस किया ਸੀ कि उस टाइम इंडिया ने की करिया सी। पूरी कहानी डिस्कस करते हैं कि एक शिप सी सिंगापुर ਦੀ MV एक्सप्रैस पर्ल। ਇਹ ਕੋਲੰਬੋ ਦੇ ਨਜ਼ਦੀਕ, ਸ਼੍ਰੀਲੰਕਾ ਦੇ ਨਜ਼ਦੀਕ ਸੀ। ਉੱਥੇ ਇਹ ਕੋਸਮੈਟਿਕਸ ਲੈ ਕੇ ਜਾ ਰਹੀ ਸੀ, ਪਰ ਇਸ ਦੇ ਵਿੱਚ ਅੱਗ ਲੱਗ ਗਈ ਸੀ ਔਰ ਇਹ ਕਾफ़ੀ ਜ਼ਿਆਦਾ, ਜਿਸ ਕਰਕੇ ਐਸਿਡ ਰੇਨ ਹੋਣ ਦਾ ਖਤਰਾ ਸੀ। ਠੀਕ ਹੈ, ਤਾਂ ਇਸ ਦੀ ਸਰਵੇ ਦੇ ਲਈ ਇੰਡੀਆ ਨੇ ਇੱਕ ਨੇਵਲ ਸ਼ਿਪ ਭੇਜੀ ਸੀ INS ਸਰਵੇਕਸ਼ਕ। ਇਸਨੇ ਆਪਣੀ ਰਿਪੋਰਟ ਨੂੰ ਕੰਪਲੀਟ ਕਰ ਲਿਆ ਔਰ ਰਿਪੋਰਟ ਸਬਮਿਟ ਕਰੇਗੀ ਸ਼੍ਰੀਲੰਕਾ। ਠੀਕ ਹੈ ਜੀ। ਇਸ ਤੋਂ ਇਲਾਵਾ INS ਤਬਾਰ ਰੀਸੈਂਟਲੀ ਨਿਊਜ਼ ਦੇ ਵਿੱਚ ਸੀ, ਆਪਾਂ ਡਿਸਕਸ ਕੀਤਾ ਸੀ ਐਕਸਰਸਾਈਜ਼ਿਸ ਕਰਕੇ ਕਿ ਜੋ ਅਫਰੀਕਾ ਔਰ ਯੂਰਪ ਦੇ ਵਿੱਚ ਐਕਸਰਸਾਈਜ਼ਿਸ ਹੋਣਗੀਆਂ, ਜਿਸ ਦੇ ਵਿੱਚ UK ਦੇ ਨਾਲ ਐਕਸਰਸਾਈਜ਼ ਹੈ, USA ਦੇ ਨਾਲ ਐਕਸਰਸਾਈਜ਼ ਹੈ, ਸੌਰੀ ਫਰਾਂਸ ਦੇ ਨਾਲ ਐਕਸਰਸਾਈਜ਼ ਹੈ, ਜਾਂ ਰਸ਼ੀਆ ਦੇ ਨਾਲ ਵੀ ਐਕਸਰਸਾਈਜ਼ਿਸ ਨੇ ਜਿਹੜੀਆਂ ਇਹਨਾਂ ਦੇ ਵਿੱਚ ਪਾਰਟੀਸੀਪੇਟ ਕਰੇਗੀ INS ਤਬਾਰ। INS ਵਿਕਰਾਂਤ ਰੀਸੈਂਟਲੀ ਨਿਊਜ਼ ਦੇ ਵਿੱਚ ਸੀ, ਇੰਡੀਆ ਦਾ ਪਹਿਲਾ 에ਅਰਕ੍ਰਾਫਟ ਕੈਰੀਅਰ ਬਣਾਇਆ ਜਾ ਰਿਹਾ। ਇੰਡੀਆ ਦਾ ਪਹਿਲਾ ਇੰਡੀਜੀਨੀਅਸ खुद का बनाया हुआ एयरक्राफ्ट कैरियर है जो बनाया जा रहा है, उसका की नाम है INS विक्रांत।
नेक्स्ट है विच ऑफ द फॉलोइंग हैज़ गिवन इट्स अप्रूवल टू हेल्प द गवर्नमेंट ऑफ इंडिया इंप्लीमेंटिंग सैटेलाइट टीवी क्लासरूम्स। सैटेलाइट टीवी क्लासरूम्स ने जिहड़े फॉर स्कूल स्टूडेंट्स दूरदर्शन के नाल मिल के कौन करेगा, यह इसरो करेगा। इंडिया दी स्पेस रिसर्च ऑर्गेनाइजेशन, इंडियन स्पेस रिसर्च ऑर्गेनाइजेशन 15 अगस्त 1969, कल बाय मिस्टेक आई थिंक मैंने 97 दसता सी, 1969 15 अगस्त 1969 करनाटका बेंगलोर दे विच हैडकुआटर है। के सिवान इस दे हैड ने, ठीक है। और इन्हां द्वारा दूरदर्शन के नाल मिल के इंडियन गवर्नमेंट के नाल मिल के की किया गया है, सैटेलाइट टीवी क्लासरूम्स की शुरुआत की गई, ठीक है। याद रखांगे इस दे रिलेटेड एक कमेटी बनाई गई सी पहले, समथिंग सारस बुद्धा नाम के परसन से उन्हों दी अंडर एक कमेटी बनाई गई सी, जिस दे अंडर इसनों फाइनलाइज किया गया सी मिनिस्ट्री ऑफ इलैक्ट्रॉनिक्स एंड इंफॉर्मेशन टेक्नोलॉजी द्वारा, ठीक है जी। अच्छा, इसरो के रिलेटेड फैक्ट आप डिस्कस कर ले, दूरदर्शन के फैक्ट डिस्कस कर लेने। दूरदर्शन 1959 दे विच बनाया गया, दिल्ली दे विच हैडकुआटर है, और संदीप सन्हा इस दे हैड ने, ठीक है जी। नेक्स्ट है हु हैज़ बिकम हाईएस्ट रन गेटर इन वुमेन्स क्रिकेट अक्रॉस फॉर्मेट्स ओवरटेकिंग फॉर्मर इंग्लैंड कीपर शार्लेट एडवर्ड्स। इंग्लैंड की फॉर्मर कीपर शार्लेट एडवर्ड्स नूं पिछे छड्ड के सब तो ज़्यादा रन बनाने वाली वूमेन क्रिकेटर कौन बन गई है, तो मिथाली राज। इंडिया की वूमेन क्रिकेटर मिथाली राज सब तो ज़्यादा रन बनाने वाली वूमेन क्रिकेटर बन गई, ठीक है जी। नाम इंपॉर्टेंट बनेगा, इन्हों के रन इंपॉर्टेंट बनेंगे। 10,337 रन लगाए ने इन्होंने, 10,337। अच्छा, तो इन्होंने किन्ने लगाए हुए सी, इंग्लैंड के स्कीपर शार्लेट एडवर्ड द्वारा किन्ने रन लगाए हुए सी, 10,273, ठीक है जी। किसका रिकॉर्ड तोड़िया, किसने तोड़िया, इंपॉर्टेंट बनेगा। इस तो इलावा अगर आप गल करते हैं तकरीबन इन्हों के 669 रन से टैसट मैचिज़ के अगर बाइफरकेट किया जाए, हालांकि अपने लिए इंपॉर्टेंट नहीं बनेगा। और मैन क्रिकेट की अगर गल करते हैं, मैन क्रिकेट की गल करते हैं तो सब तो ज़्यादा रन बनाने का रिकॉर्ड सचिन तेंदुलकर का है, ठीक है, ये याद रखांगे। नेक्स्ट है हु हैज़ एक्वायर्ड अ मैसेजिंग एप्लीकेशन विकर एक मैसेजिंग एप्लीकेशन है, इसनों किस कंपनी द्वारा एक्वायर कर लिया गया, किस कंपनी द्वारा खरीद लिया गया। इस तरीके के क्वेश्चन टेक्निकली पूछे जाते हैं कि फॉर एग्जांपल फेसबुक ने रिसेंटली किसी अगर ऑर्गेनाइजेशन ने एक्वायर कराया है, ठीक है, स्पेन की समथिंग कोई कंपनी सी उसने एक्वायर कर लिया सी फेसबुक ने, रिसेंटली व्हाट्सएप में भी, इतों तक इंस्टाग्राम में भी एक्वायर कर लिया सी फेसबुक, ठीक है। ये चीज़ा आप पहले डिस्कस कीतियां हुई ने। तो उसी तरीके नाल विकर एक मैसेजिंग एप्लीकेशन है, इसनों एक्वायर कर लिया एमाजोन द्वारा, एमाजोन वैब सर्विसिज द्वारा इसनों एक्वायर कर लिया, ठीक है जी। इसी दे नाल एक होर इंपॉर्टेंट चीज़, एमाजोन द्वारा ही इंटलैक्चुअल प्रॉपर्टी एसलरेटर प्रोग्राम इंडिया दे विच IP एसलरेटर प्रोग्राम की शुरुआत की गई है, लॉन्च किया गया है एमाजोन द्वारा, ताकि सैलर्स जिहड़े भी सैलर्स ने, जिहड़े ब्रांड ऑनर्स ने, यानी कि किसी कंपनी का ब्रांड है, ठीक है, उसने हुण अपनी चीज़ बेच रहे, तो अपनी चीज़ एमाजोन के उत्ते बेच रहे, तो जो एमाजोन के उत्ते बेचण वाले सैलर्स ने उन्होंने की प्रोवाइड करवाया जा सके, IP एक्सपर्ट एंड लॉ फर्म्स की सर्विसिज नूं प्रोवाइड करवाया जा सके। इस दे लई इंटलैक्चुअल प्रॉपर्टी एसलरेटर प्रोग्राम की शुरुआत एमाजोन द्वारा की गई इंडिया दे विच, ठीक है जी। नेक्स्ट है हु हैज़ वॉन 2021 ऑस्ट्रियन ग्रैंड प्रिक्स टाइटल। ऑस्ट्रियन ग्रैंड प्रिक्स टाइटल है जो ये किन्ना द्वारा जित लिया गया, ऑस्ट्रियन ग्रैंड प्रिक्स टाइटल जितया गया है मैक्स वर्सेटेपन द्वारा। बेसिकली अगर गल करते हैं 2020 के या 2020 तो पहले की गल करते हैं तो लुइस हैमिल्टन का नाम है, जो कि ज़्यादातर इवेंट्स लुइस हैमिल्टन द्वारा जितले जाते सी। आपां की करते सी, जो बाकी दे इवेंट्स ने वो याद कर लेंदे सी कि किहड़े किसने जिते ने, और जो जेडे पेंडिंग ने किन्ना दे होणगे तो लुइस हैमिल्टन दे होणगे। लेकिन इस साल कहते हैं भी सिक्का हर एक का बदलता है, किस्मत हर एक की बदलती है, तो इस साल मैक्स वर्सेटेपन द्वारा ज़्यादातर इवेंट्स जिते जा रहे हैं, ठीक है। टोटल 9 इवेंट्स हो चुके हैं,
ठीक है। 9 ਦੇ ਵਿੱਚੋਂ मैक्स वर्सटेपन द्वारा 5 जित लए गए ने, ठीक है। तो 2021 का ऑस्ट्रीयन ग्रैंड प्रिक्स टाइटल किसने जीते? मैक्स वर्सटेपन ने जीते है। नीदरलैंड तो बिलोंग करते हैं और रेडबुल के लिए ड्राइव करते, ठीक है जी। सर्जियो पेरिस द्वारा एक सिंगल ग्रैंड प्रिक्स टाइटल जीतया गया इस साल, जिसका नाम है अजरबेजान ग्रैंड प्रिक्स टाइटल, अजरबेजान ग्रैंड प्रिक्स टाइटल। इस तो इलावा लुइस हैमिल्टन द्वारा 3 जीते गए हैं, 3 जीते गए हैं। किहड़े किहड़े? एक तो बहरेन ग्रैंड प्रिक्स टाइटल जितया सी, आई थिंक एक इन्होंने पोर्टुगीज जितया सी और एक स्पैनिश जितया सी, BPS याद रख लेंगे शॉर्ट फॉर्म दे विच, बहरेन, पोर्तुगीज, स्पैनिश। बहरेन, पोर्तुगीज और स्पैनिश ग्रैंड प्रिक्स टाइटल लुइस हैमिल्टन द्वारा जितया गया। नेक्स्ट है, विच बैंक हैज़ बिकम द सेकेंड मोस्ट वैल्यूड लिस्टेड पब्लिक सेक्टर बैंक विद अ मार्केट कैपिटलाइजेशन ऑफ ओवर ₹50,000 करोड़। 50,000 करोड़ तो ज़्यादा की मार्केट कैपिटलाइजेशन के नाल दूसरा पब्लिक सैक्टर बैंक केड़ा बन गया है? इसका नाम है इंडियन ओवरसीज़ बैंक। इंडियन ओवरसीज़ बैंक है जो IOB, यह 50,000 की मार्केट कैपिटलाइजेशन के नाल दूसरा नंबर पर आ गया प्राइवेट लैंडिंग बैंक, ठीक है, पब्लिक सैक्टर बैंक। इस तो इलावा पहले नंबर पर केड़ा बैंक है? पहले नंबर पर SBI है, तकरीबन इसकी 378,000 करोड़, ये कह सकते हैं 3,78,000 करोड़ के नाल पहले नंबर पर, और पंजाब नैशनल बैंक 46,000 करोड़ के नाल दूसरे नंबर पर, तीसरे नंबर पर, ठीक है जी। डिटेल इतने लिखी हुई है। इंडियन ओवरसीज़ बैंक दूसरे नंबर पर आ गया है। स्टेट बैंक ऑफ इंडिया 378,000 करोड़ के नाल पहले नंबर पर, और 46,000 करोड़ के नाल पंजाब नैशनल बैंक तीसरे नंबर पर। इस तो इलावा ई रूट टेक्नोलॉजीज़ एक फर्म है, एक ऑर्गेनाइजेशन है, इसने इंडिया का फर्स्ट ओमनी चैनल प्रीपेड कार्ड लॉन्च किया। यंग जनरेशन के लिए इंडिया का पहला ओमनी चैनल प्रीपेड कार्ड किस कंपनी द्वारा जारी किया गया? तो याद रखांगे ई रूट टेक्नोलॉजीज़। इस तो इलावा ग्रामीण एक कंपनी है, नैविगेशन प्रोडक्ट्स बनाती है, गारमीन नाम की कंपनी। इसने जो इंडिया का नैविगेशन सिस्टम है, इंडिया ने खुद अपना नैविगेशन सिस्टम बनाया, जिस तरीके नाल डिफरेंट GPS है, GPS अगर आप कहने USA का एक नैविगेशन सिस्टम है, ग्लोबल पोजिशनिंग सिस्टम। उसी तरीके नाल नैविक की अगर आप गल करते हैं, नैविक इंडिया का नैविगेशन सिस्टम है, जिसकी फुल फॉर्म है नैविगेशन विद इंडियन कॉन्स्टिलेशन, ठीक है। इसने नैविक की हैल्प के नाल एक हैंडहेल्ड डिवाइसिस लॉन्च किए ने, GPS मैप 66SR और GPS मैप 65S, ठीक है। GPS के लिए 2 डिवाइसिस लॉन्च किए गए हैं, किस कंपनी द्वारा? गारमीन कंपनी द्वारा। नेक्स्ट है, हु इज़ द ऑथर ऑफ द बुक लेडी डॉक्टर्स द अनटोल्ड स्टोरी ऑफ इंडियाज़ फर्स्ट वूमेन इन मेडिसिन। लेडी डॉक्टर द अनटोल्ड स्टोरी ऑफ इंडियाज़ फर्स्ट वूमेन इन मेडिसिन। इस बुक के राइटर कौन ने, ऑथर कौन ने? तो इस बुक के राइटर ने कविता राव द्वारा इस बुक नूं लिखिया गया, ठीक है जी। इस तो इलावा बाकी ऑप्शनस भी न्यूज़ दे विच ने, डिटेल दे विच डिस्कस करांगे। सब तो पहले वीनू माधव गोविंदू और श्रीनाथ राघवन बैक टू बैक 2 इंपॉर्टेंट बुक्स ने। पहली बुक लेडी डॉक्टर्स आप डिस्कस की कविता राव, दूसरी बुक वीनू माधव गोविंदू और श्रीनाथ राघवन द्वारा, 2 ऑथर ने, 2 राइटर ने। इन्होंने बुक लिखी है द फोर्थ लाइन एसेज ऑन गोपाल कृष्ण गांधी के उत्ते एसेज द फोर्थ लाइन एसेज ऑन गोपाल कृष्ण गांधी। इस नाम की बुक नूं किसने लिखा है? वीनू माधव गोविंदू और श्रीनाथ राघवन द्वारा, ठीक है जी। इस तो इलावा यह न्यूज़ मोस्ट इंपॉर्टेंट कहांगे, डिस्कस करते हैं। शिरीषा बांदला ने जिहड़े गुंटूर आंध्र प्रदेश के विच पैदा होए सी, इन्हां दा नाम न्यूज़ दे विच आया क्योंकि यह सैकेंड इंडियन बोर्न वूमैन, दूसरे इंडिया दे विच पैदा होए वूमैन, और फोर्थ इंडियन ओरीजन दे चौथे ऐसे परसन जो कि स्पेस दे विच जाणगे।
ਜੋ ਕਿ ਸਪੇਸ ਦੇ ਵਿੱਚ ਜਾਣਗੇ, ਕਿਉਂਕਿ ਇਹ ਵਰਜਿਨ ਗੈਲੈਕਟਿਕ ਬਿਲੀਨੀਅਰ ਫਾਊਂਡਰ ਹੈ ਜੋ ਰਿਚਰਡ ਬੈਂਸਨ, ਇਹਨਾਂ ਦੇ ਗਰੁੱਪ ਦਾ ਹਿੱਸਾ ਨੇ। ਇਹਨਾਂ ਦੇ ਇੱਕ ਗਰੁੱਪ ਹੈ ਜਿਸ ਦੇ ਵਿੱਚ ਪੰਜ ਲੋਕ ਕਿੱਥੇ ਜਾਣਗੇ, ਸਪੇਸ ਦੇ ਵਿੱਚ ਜਾਣਗੇ, ਜਿਸ ਦੇ ਵਿੱਚ ਇੰਡੀਅਨ ਔਰੀਜਨ ਪਰਸਨ ਸ਼ਿਰੀਸ਼ਾ ਬੰਦਲਾ ਵੀ ਸ਼ਾਮਿਲ ਨੇ। ਠੀਕ ਹੈ ਜੀ। ਅੱਛਾ, ਸ਼ਿਰੀਸ਼ਾ ਬੰਦਲਾ ਕੌਣ ਬਣ ਗਏ ਨੇ? ਸੈਕਿੰਡ ਇੰਡੀਅਨ ਔਰੀਜਨ ਵੂਮੈਨ। ठीक है, और ओवरऑल 4th नंबर पे, ठीक है, इंडिया तो। पहले नंबर पे कौन ने? पहले नंबर पे कल्पना चावला ने। कल्पना चावला फर्स्ट ऐसे वूमन बने सी इंडिया तो जो गए सी स्पेस दे विच। दूसरे कौन बन जाएंगे? शिरीषा बांदला। ठीक है। इस तो इलावा राकेश शर्मा भी गए हुए ने स्पेस दे विच, इंडियन परसन। और सुनीता विलियम्स भी स्पेस दे विच गए सी। याद रखा तो 4 नाम चौथे नंबर पर बन गए ने। और सैकेंड इंडियन ओरिजिन वूमेन, इंडियन बॉर्न वूमेन, सॉरी। ठीक है, क्योंकि सेरेना विलियम्स हालांकि इंडिया की इन्हों लवे सिटीजनशिप सी, सुनीता विलियम्स, लेकिन ये इंडिया बॉर्न नहीं सी। कल्पना चावला इंडिया बॉर्न। और दूसरे नंबर पर बन गए ने शिरीषा बांदला। नेक्स्ट है, who has launched the innovation ambassador online training program for CBSE teachers। CBSE teachers ਦੇ ਲਈ CBSE teachers ਦੇ ਲਈ innovation ambassador online training program ਦੀ ਸ਼ੁਰੂਆਤ ਕਿਸ ਦੁਆਰਾ ਕੀਤੀ ਗਈ ਹੈ? ਤਾਂ ਇਸ ਦੀ ਸ਼ੁਰੂਆਤ ਕੀਤੀ ਗਈ ਹੈ ਰਮੇਸ਼ ਪੋਖਰੀਆਲ ਨਿਸ਼ਾਂਕ ਦੁਆਰਾ। ਰਮੇਸ਼ ਪੋਖਰੀਆਲ ਨਿਸ਼ਾਂਕ ਕੌਣ ਨੇ? ਐਜੂਕੇਸ਼ਨ ਮਿਨਿਸਟਰ ਨੇ, ਹਰਿਦੁਆਰ ਉੱਤਰਾਖੰਡ ਤੋਂ ਲੋਕ ਸਭਾ MP ਨੇ। ठीक है जी। इस तो इलावा बाकी ऑप्शन डिस्कस करते हैं। रमेश पोखरियाल निशांक द्वारा इनोवेशन एंबेसडर ऑनलाइन ट्रेनिंग प्रोग्राम की शुरुआत की गई है, जिस दे अंडर की किया जाएगा 50,000 टीचर सिलैक्ट किए जाएंगे। इन्हों इनोवेशन टीचर्स बनाया जाएगा। ठीक है, किस द्वारा? मिनिस्ट्री ऑफ एजुकेशन के इनोवेशन सैल द्वारा प्लस ऑल इंडिया काउंसल फॉर टैक्नीकल एजुकेशन। ठीक है जी। ज़्यादातर स्कूल्स जो CBSE स्कूल्स ने उन्होंने विचों 5 टीचर्स सिलैक्ट किए जाएंगे इस दे बेसिस के उत्ते, और उन्होंने इनोवेशन एंबेसडर्स बनाया जाए। रमेश पोखरियाल निशांक द्वारा ही निपुण की शुरुआत की गई है। निपुण भारत, निपुण की फुल फॉर्म है नेशनल इनिशिएटिव फॉर प्रोफिशिएंसी इन रीडिंग। नेशनल इनिशिएटिव फॉर प्रोफिशिएंसी इन रीडिंग विद अंडरस्टैंडिंग एंड न्यूमेरेसी। वी मुरलीधरन मिनिस्टर ऑफ स्टेट ने एक्सटर्नल अफेयर्स दे। वैसे एक्सटर्नल अफेयर्स मिनिस्टर सुब्रमण्यम जयशंकर ने, एस जयशंकर, उन्होंने मिनिस्टर ऑफ स्टेट ने, डेप्यूटी ने, इन्हों द्वारा विजिट ते ने ग्वातेमाला, जमाइका और बहामस की 3 कंट्रीज़ की विजिट ते ने। ग्वातेमाला, जमाइका और बहामस। इन्हें इनोग्रेट करने महात्मा गांधी का स्टैचू, बर्स्ट ऑफ महात्मा गांधी एट मे पेन सिटी जमाइका। गवर्नमेंट द्वारा सुपर एनुएशन एज इंक्रीज़ की गई है LIC के चेयरमैन की, यानी कि रिटायरमेंट एज कह सकते हैं कि जो रिटायरमेंट एज है LIC के चेयरमैन की यह इंक्रीज़ कर दी गई। ठीक है, ये हुण 62 साल की एज दे विच रिटायर होया करनगे। ठीक है, बाय मेकिंग अमेंडमेंट टू LIC रेगुलेशन 1960। LIC की रेगुलेशनस 1960 दे विच अमेंडमेंट करन तो बाद। ठीक है जी। LIC की गल करते हैं 1 सितंबर 1956 दे विच बनाई गई सी। मुंबई दे विच हैडकुआटर है, MR कुमार इस दे हैड। स्पोर्ट्स मिनिस्ट्री ने अनाउंसमेंट की है कि 2022 के जो बर्मिंघम कॉमनवैल्थ गेम्स ने 2022 ਦੇ ਕਿੱਥੇ ऑर्गेनाइज किए जाएंगे? बर्मिंघम UK ਦੇ ਵਿੱਚ। ठीक है, ਆਪਾਂ डिस्कस किया कि इसी दे जो आर्चरी और शूटिंग के इवेंट्स ने ये अनाउंस किया गया कि पंजाब दे विच, इत्थों तक कि चंडीगढ़ दे विच ऑर्गेनाइज किए जाएंगे। ठीक है, लेकिन हुण इन्हों कैंसल कर दिता गया ड्यू टू कोविड-19। अनाउंसमेंट की गई है कि इन्हों कोविड-19 के कारण कैंसल कर दिता गया, ऑर्गेनाइज नहीं किया जाएगा। नेक्स्ट है आर्मी चीफ मनोज मुकुंद नरवाणे विल इनॉग्रेट एन इंडियन आर्मी मेमोरियल इन विच कंट्री। इंडिया के जो आर्मी चीफ ने मनोज मुकुंद नरवाणे MM नरवाणे ये किस कंट्री की विजिट ते ने और उत्थे जाके इंडियन आर्मी मेमोरियल नू इनॉग्रेट करनगे? इटली।
ਇਟਲੀ ਦੇ ਵਿੱਚ ਇਹ ਇੰਡੀਅਨ ਆਰਮੀ ਮੈਮੋਰੀਅਲ ਨੂੰ ਇਨਾਗਰੇਟ ਕਰਨਗੇ। ਠੀਕ ਹੈ ਜੀ, ਬੇਸਿਕਲੀ ਦੋ ਕੰਟਰੀਜ਼ ਦੀ ਵਿਜ਼ਿਟ 'ਤੇ ਨੇ, UK ਔਰ ਇਟਲੀ। ਠੀਕ ਹੈ, ਇਟਲੀ ਦੇ ਵਿੱਚ ਇਹ ਔਰ ਇੰਡੀਅਨ ਆਰਮੀ ਮੈਮੋਰੀਅਲ ਨੂੰ ਇਨਾਗਰੇਟ ਕਰਨਗੇ ਇੰਡੀਆ ਦੇ ਆਰਮੀ ਚੀਫ ਮਨੋਜ ਮੁਕੁੰਦ ਨਰਵਣ। ਠੀਕ ਹੈ ਜੀ, ਨੈਕਸਟ ਹੈ NABARD, ਨੈਸ਼ਨਲ ਬੈਂਕ ਫॉर एग्रीकल्चर एंड रूरल डेवलपमेंट। ਨੈਸ਼ਨਲ ਬੈਂਕ ਫॉर एग्रीकल्चर एंड रूरल डेवलपमेंट 1982 ਦੇ ਵਿੱਚ ਬਣਾਇਆ ਗਿਆ। ਮੁੰਬਈ ਦੇ ਵਿੱਚ ਹੈੱਡਕੁਆਟਰ ਹੈ। ਗੋਵਿੰਦਾ ਚਿੰਤਲਾ ਰਾਜੂ ਇਸ ਦੇ ਹੈੱਡ ਨੇ NABARD। ਠੀਕ ਹੈ ਜੀ, NABARD ਦੁਆਰਾ 388 ਕਰੋੜ ਰੁਪਏ ਸੈਂਕਸ਼ਨ ਕੀਤੇ ਗਏ ਨੇ ਕਿਸ ਸਟੇਟ ਨੂੰ, ਤਾਂ ਕਿ ਰੂਰਲ ਇਨਫਰਾਸਟਰਕਚਰ ਡਿਵੈਲਪਮੈਂਟ ਫੰਡ ਦੇ ਤਹਿਤ, ਤਾਂ ਕਿ ਚਾਰ ਮੈਗਾ ਪਾਈਪਡ ਡਰਿੰਕਿੰਗ ਵਾਟਰ ਸਪਲਾਈ ਪ੍ਰੋਜੈਕਟ ਲਗਾਏ ਜਾ ਸਕਣ। 4 ਮੈਗਾ ਡਰਿੰਕਿੰਗ ਵਾਟਰ ਸਪਲਾਈ ਪ੍ਰੋਜੈਕਟ ਲਗਾਏ ਜਾ ਸਕਣ। ਉਸ ਸਟੇਟ ਦੇ ਵਿੱਚ 388 ਕਰੋੜ ਕਿਸ ਸਟੇਟ ਨੂੰ ਦਿੱਤੇ ਗਏ ਨੇ? ਉੜੀਸਾ ਨੂੰ ਦਿੱਤੇ ਗਏ ਨੇ। ਉੜੀਸਾ ਨੂੰ ਇਹ 388 ਕਰੋੜ ਰੁਪਏ ਦਿੱਤੇ ਗਏ। ਠੀਕ ਹੈ ਜੀ, ਇਸ ਤੋਂ ਇਲਾਵਾ ਕੁਝ ਹੋਰ ਇੰਪੋਰਟੈਂਟ ਨਿਊਜ਼ ਡਿਸਕਸ ਕਰਾਂਗੇ। ਉੜੀਸਾ ਦੁਆਰਾ ਹੀ ਮੁਕਤਾ ਸਕੀਮ ਦੀ ਸ਼ੁਰੂਆਤ ਕੀਤੀ ਗਈ। ਮੁਕਤਾ ਸਕੀਮ ਜਿਸ ਦੀ ਫੁੱਲ ਫਾਰਮ ਹੈ ਮੁੱਖ ਮੰਤਰੀ ਕਰਮ ਤਤਪਰ ਅਭਿਆਨ, ਤਾਂ ਕਿ ਐਮਪਲੋਇਮੈਂਟ ਪ੍ਰੋਵਾਈਡ ਕਰਵਾਈ ਜਾ ਸਕੇ ਅਰਬਨ ਪੂਅਰ ਨੂੰ, ਜੋ ਸ਼ਹਿਰੀ ਗਰੀਬ ਲੋਕ ਨੇ, ਸ਼ਹਿਰਾਂ ਦੇ ਵਿੱਚ ਰਹਿਣ ਵਾਲੇ ਗਰੀਬ ਲੋਕ ਨੇ, ਉਹਨਾਂ ਨੂੰ ਐਮਪਲੋਇਮੈਂਟ ਪ੍ਰੋਵਾਈਡ ਕੀਤੀ ਜਾ ਸਕੇ। ਤੇਲੰਗਾਨਾ ਦੁਆਰਾ ਦਲਿਤ ਦੇ ਲਈ ਚੀਫ ਮਿਨਿਸਟਰ ਦਲਿਤ ਐਮਪਾਵਰਮੈਂਟ ਪ੍ਰੋਗਰਾਮ ਦੀ ਸ਼ੁਰੂਆਤ ਕਿਸ ਦੁਆਰਾ ਕੀਤੀ ਗਈ ਹੈ? ਕਿਹੜੀ ਸਟੇਟ ਦੁਆਰਾ? ਤੇਲੰਗਾਨਾ ਦੁਆਰਾ। ਠੀਕ ਹੈ ਜੀ, ਕੇਰਲਾ ਇਜ਼ ਰੈਡੀ ਟੂ ਸਟਾਰਟ ਹਾਊਸ ਬੋਟਸ ਇਨ ਲੌਂਗੈਸਟ ਲੇਕ ਆਫ ਇੰਡੀਆ, ਵੈਂਬਨਾਦ ਲੇਕ। ਇੰਡੀਆ ਦੀ ਲੌਂਗੈਸਟ ਲੇਕ ਕਿਹੜੀ ਹੈ? ਵੈਂਬਨਾਦ ਲੇਕ ਹੈ। ਇੰਡੀਆ ਦੀ ਲਾਰਜੈਸਟ ਲੇਕ ਕਿਹੜੀ ਹੈ? ਵੂਲਰ ਲੇਕ ਹੈ। ਠੀਕ ਹੈ ਜੀ, ਵੂਲਰ ਲੇਕ ਕਿੱਥੇ ਹੈ? ਜੰਮੂ ਐਂਡ ਕਸ਼ਮੀਰ ਦੇ ਵਿੱਚ। ਠੀਕ ਹੈ, ਤਾਂ ਵੈਂਬਨਾਦ ਲੇਕ ਦੇ ਵਿੱਚ ਹਾਊਸ ਬੋਟ ਦੀ ਸ਼ੁਰੂਆਤ ਕਰ ਰਹੀ ਹੈ ਕੇਰਲਾ। ਵੈਂਬਨਾਦ ਲੇਕ ਨੂੰ ਕਾਇਲ ਲੇਕ ਵੀ ਕਿਹਾ ਜਾਂਦਾ ਔਰ ਕੋਚੀ ਲੇਕ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ। ਵੈਂਬਨਾਦ ਲੇਕ ਹੀ ਐਸੀ ਲੇਕ ਹੈ ਜਿੱਥੇ ਨਹਿਰੂ ਬੋਟ ਰੇਸ ਹੁੰਦੀ ਹੈ। ਕਾਫੀ ਫੇਮਸ ਇਵੈਂਟ ਹੈ ਨਹਿਰੂ ਬੋਟ ਰੇਸ, ਜਿੱਥੇ ਵੈਂਬਨਾਦ ਲੇਕ ਦੇ ਵਿੱਚ ਹੀ ਆਰਗੇਨਾਈਜ਼ ਕੀਤੀ ਜਾਂਦੀ ਹੈ। ਠੀਕ ਹੈ, ਜਾਂ ਜਿਸ ਨੂੰ ਸਨੇਕ ਬੋਟ ਰੇਸ ਦੇ ਨਾਮ ਤੋਂ ਵੀ ਜਾਣਿਆ ਜਾਂਦਾ। ਠੀਕ ਹੈ ਜੀ, ਵਰਲਡ ਦਾ 3rd ਲਾਰਜੈਸਟ ਕ੍ਰਿਕਟ ਸਟੇਡੀਅਮ ਬਣਾਇਆ ਜਾ ਰਿਹਾ ਜੈਪੁਰ ਰਾਜਸਥਾਨ ਦੇ ਵਿੱਚ। ਅੱਛਾ, ਝਾਰਖੰਡ ਦਾ ਤੀਸਰਾ ਕ੍ਰਿਕਟ ਸਟੇਡੀਅਮ ਆਪਾਂ ਡਿਸਕਸ ਕੀਤਾ ਸੀ, ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ, ਯਾਦ ਹੋਏਗਾ। ਪਹਿਲਾ ਸੀਗਾ JSCA ਕ੍ਰਿਕਟ ਸਟੇਡੀਅਮ ਜੋ ਰਾਂਚੀ ਦੇ ਵਿੱਚ ਸੀਗਾ। ਦੂਸਰਾ ਜਮਸ਼ੇਦਪੁਰ ਦੇ ਵਿੱਚ ਕੀਨਨ ਸਟੇਡੀਅਮ ਸੀਗਾ, ਉਹ ਆਪਾਂ ਡਿਸਕਸ ਕੀਤਾ। ਔਰ ਤੀਸਰਾ ਸਟੇਡੀਅਮ ਬਣਾਇਆ ਜਾ ਰਿਹਾ ਝਾਰਖੰਡ ਦੇ ਵਿੱਚ ਯਾਰਖ। ਠੀਕ ਹੈ, ਉਸੀ ਤਰੀਕੇ ਨਾਲ ਤੀਸਰਾ ਲਾਰਜੈਸਟ ਵਰਲਡ ਲੈਵਲ ਦੇ ਉੱਤੇ ਤੀਸਰਾ ਲਾਰਜੈਸਟ ਕ੍ਰਿਕਟ ਸਟੇਡੀਅਮ ਜੈਪੁਰ ਰਾਜਸਥਾਨ ਦੇ ਵਿੱਚ ਬਣਾਇਆ ਜਾਏ। ਫਰਸਟ ਲਾਰਜੈਸਟ ਕਿਹੜਾ? ਨਰਿੰਦਰ ਮੋਦੀ, ਆਪਾਂ ਡਿਸਕਸ ਕੀਤਾ ਸੀ ਕੈਪੈਸਿਟੀ ਦੇ ਤੌਰ 'ਤੇ, ਜਿਸ ਨੂੰ ਪਹਿਲੇ ਮੌਂਟੇਰਾ ਸਟੇਡੀਅਮ ਕਿਹਾ ਗਿਆ। ਠੀਕ ਹੈ, ਦੂਸਰਾ ਲਾਰਜੈਸਟ ਕ੍ਰਿਕਟ ਸਟੇਡੀਅਮ ਮੈਲਬੌਰਨ ਸਟੇਡੀਅਮ ਆਸਟ੍ਰੇਲੀਆ ਦੇ ਵਿੱਚ ਹੈ ਕੈਪੈਸਿਟੀ ਦੇ ਤੌਰ 'ਤੇ। ਇੰਡੀਆ ਦੀ ਗੱਲ ਕਰਦੇ, ਇੰਡੀਆ ਦੇ ਵਿੱਚੋਂ ਦੂਸਰਾ ਲਾਰਜੈਸਟ ਕ੍ਰਿਕਟ ਸਟੇਡੀਅਮ ਬਣ ਗਿਆ ਜੈਪੁਰ ਰਾਜਸਥਾਨ ਦੇ ਵਿੱਚ। ਠੀਕ ਹੈ, ਪਹਿਲੇ ਕਿਹੜਾ ਹੁੰਦਾ ਸੀ? ਪਹਿਲੇ ਈਡਨ ਗਾਰਡਨ ਹੁੰਦਾ ਸੀ ਕੋਲਕਾਤਾ ਦਾ। ਨੈਕਸਟ, ਗੌਰਮੈਂਟ ਹੈਜ਼ ਅਨਾਊਂਸਡ ਟੂ ਓਪਨ 2 ਸੈਂਟਰਲ ਡਰੱਗ ਲੈਬੋਰੇਟਰੀਜ਼। ਗੌਰਮੈਂਟ ਸੈਂਟਰਲ ਡਰੱਗ ਲੈਬੋਰੇਟਰੀਜ਼ ਬਣਾ ਰਹੀ ਹੈ 2, ਇੱਕ ਪੂਨੇ ਦੇ ਵਿੱਚ, ਦੂਸਰੀ ਹੈਦਰਾਬਾਦ ਦੇ ਵਿੱਚ। ਪੂਨੇ ਦੇ ਆਟੋਨੋਮਸ ਰਿਸਰਚ ਇੰਸਟੀਚਿਊਟ ਨੈਸ਼ਨਲ ਸੈਂਟਰ ਫॉर ਸੈੱਲ ਸਾਇੰਸ ਦੇ ਵਿੱਚ ਬਣਾਈ ਗਈ ਹੈ, ਔਰ ਦੂਸਰਾ ਨੈਸ਼ਨਲ ਇੰਸਟੀਚਿਊਟ ਆਫ ਐਨੀਮਲ ਬਾਇਓਟੈਕਨੋਲੋਜੀ ਹੈਦਰਾਬਾਦ ਦੇ ਵਿੱਚ ਕੀ ਬਣਾਈ ਗਈ ਹੈ? ਸੈਂਟਰਲ ਡਰੱਗ ਲੈਬੋਰੇਟਰੀਜ਼, ਤਾਂ ਕਿ ਕੋਵਿਡ-19 ਵੈਕਸੀਨ ਦੀ ਟੈਸਟਿੰਗ ਕੀਤੀ ਜਾ ਸਕੇ। ਠੀਕ ਹੈ, ਕਰੰਟਲੀ ਇੰਡੀਆ ਦੇ ਵਿੱਚ ਕਿਹੜੀ ਸੈਂਟਰਲ ਡਰੱਗ ਲੈਬੋਰੇਟਰੀ ਹੈ? ਕਸੌਲੀ ਦੇ ਵਿੱਚ ਹੈ। ਠੀਕ ਹੈ, 2 ਹੋਰ ਬਣਾ ਦਿੱਤੀਆਂ ਗਈਆਂ ਨੇ, ਇੱਕ ਪੂਨੇ ਦੇ ਵਿੱਚ, ਇੱਕ ਹੈਦਰਾਬਾਦ ਦੇ ਵਿੱਚ। ਅੱਜ ਦੇ ਲਈ ਬਸ ਇੰਨਾ ਹੀ। ਆਈ ਹੋਪ ਤੁਹਾਨੂੰ ਸੈਸ਼ਨ ਪਸੰਦ ਆਇਆ ਹੋਵੇਗਾ। ਸੈਸ਼ਨ ਨੂੰ ਕਾਈਂਡਲੀ ਸ਼ੇਅਰ ਕਰਦੇ ਰਹੋ, ਜਿੱਥੇ ਵੀ ਸ਼ੇਅਰ ਕਰ ਸਕਦੇ ਹੋ, ਕਾਈਂਡਲੀ ਸ਼ੇਅਰ ਕਰਦੇ ਰਹੋ, ਕਿਉਂਕਿ ਬੇਸਿਕਲੀ ਜੋ ਵਿਊਜ਼ ਨੇ ਡਿਕਰੀਜ਼ ਹੋ ਰਹੇ ਨੇ, ਜਿਸ ਕਰਕੇ ਕਲਾਸ ਮੇ ਵੀ ਬੰਦ ਕੀਤੀ ਜਾ ਸਕਦੀ ਹੈ। ਠੀਕ ਹੈ, ਤਾਂ ਮੈਂ ਨਹੀਂ ਚਾਹੁੰਦਾ ਕਲਾਸ ਬੰਦ ਹੋ ਜਾਏ, ਤਾਂ ਇਸ ਕਰਕੇ ਕਾਈਂਡਲੀ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਜ਼ਰੂਰ ਕਰ ਦਿਆ ਕਰੋ, ਜਿੱਥੇ ਵੀ ਸ਼ੇਅਰ ਕਰ ਸਕਦੇ ਹੋ। ਥੈਂਕ ਯੂ ਫॉर ਵਾਚਿੰਗ ਦ ਸੈਸ਼ਨ। ਗੁੱਡ ਬਾਏ।